ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਆਪਾਂ A1 ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਜੋ ਕਿ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਅਰਦਾਸ ਦੇ 4 ਅੱਖਰਾਂ ਦੇ ਮਹਾਨਤਾ ਸਰਵਣ ਕੀਤੀ ਸੀ। ਸੋ ਆਓ ਅੱਜ ਆਪਾਂ ਅਰਦਾਸ ਕੀ ਹੈ ਤੇ ਕਿਉਂ ਕੀਤੀ ਜਾਂਦੀ ਹੈ ਇਸ ਬਾਰੇ ਛੋਟੀ ਜਿਹੀ ਵਿਚਾਰ ਆਪਾਂ ਸਰਵਣ ਕਰਾਂਗੇ। ਸੋ ਆਓ ਸਾਧ ਸੰਗਤ ਜੀ, ਅਰਦਾਸ ਜੋ ਹੈ ਗੁਰੂ ਘਰ ਦੇ ਵਿੱਚ ਅਰਦਾਸ ਨੂੰ ਸਭ ਤੋਂ ਵੱਡੀ ਮਹਾਨਤਾ ਦਿੱਤੀ ਗਈ ਹੈ, ਕਿਉਂਕਿ ਅਰਦਾਸ ਤੋਂ ਬਿਨਾ ਕੋਈ ਵੀ ਕਾਰਜ ਸੰਪੂਰਨ ਨਹੀਂ ਮੰਨਿਆ ਜਾਂਦਾ। ਇਹ 10ਵੇਂ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਅਰਦਾਸ ਅੱਜ ਹਰੇਕ ਜੀਵ, ਚਾਹੇ ਦੁਨੀਆ ਦਾ ਕੋਈ ਵੀ ਇਨਸਾਨ ਹੈ, ਹਰੇਕ ਜੀਵ ਦੀ ਜ਼ਿੰਦਗੀ ਦੀ ਇੱਕ ਸਮਰੱਥਾ ਬਣੀ ਹੋਈ ਹੈ। ਕੋਈ ਵੀ ਜੀਵ ਕਿਸੇ ਵੀ ਧਰਮ ਦੇ ਵਿੱਚ ਵਿਚਰਦਾ ਹੈ, ਕੋਈ ਅਰਦਾਸ ਕਰਦਾ ਹੈ, ਕੋਈ ਬੇਨਤੀ ਕਰਦਾ ਹੈ, ਕੋਈ ਦੁਆ ਕਰਦਾ ਹੈ, ਕੋਈ ਪ੍ਰਾਰਥਨਾ ਕਰਦਾ ਹੈ, ਕਿਸੇ न ਕਿਸੇ ਨਾਮ ਨੂੰ ਲੈ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀਆਂ ਕੀਤੀਆਂ ਜਾਂਦੀਆਂ ਨੇ। ਸਿੱਖ ਧਰਮ ਦੇ ਵਿੱਚ ਇਸ ਦਾ ਨਾਮ ਅਰਦਾਸ ਦਿੱਤਾ ਗਿਆ ਹੈ, ਹਿੰਦੂ ਧਰਮ ਦੇ ਵਿੱਚ ਬੇਨਤੀ ਜੋਦੜੀ ਮੰਨੀ ਜਾਂਦੀ ਹੈ, ਮੁਸਲਮਾਨ ਧਰਮ ਦੇ ਵਿੱਚ ਦੁਆ ਕੀਤੀ ਜਾਂਦੀ ਹੈ ਤੇ ਕ੍ਰਿਸਚਨ ਧਰਮ ਦੇ ਵਿੱਚ ਪ੍ਰਾਰਥਨਾ ਕੀਤੀ ਜਾਂਦੀ ਹੈ। ਪਰ ਸੰਗਤ ਜੀ, ਇਹ ਸਾਰੇ ਨਾਮਾਂ ਦਾ ਮਹੱਤਵ ਇੱਕੋ ਹੀ ਹੈ। ਆਪਣੇ ਆਪਣੇ ਧਰਮ ਦੇ ਮੁਤਾਬਕ ਕੋਈ ਅਰਦਾਸ ਕਰਦਾ ਹੈ, ਕੋਈ ਬੇਨਤੀ ਕਰਦਾ ਹੈ, ਕੋਈ ਪ੍ਰਾਰਥਨਾ ਕਰਦਾ ਹੈ, ਕੋਈ ਦੁਆ ਕਰਦਾ ਹੈ, ਕੋਈ ਜੋਦੜੀ ਕਰਦਾ ਹੈ। ਸੋ ਇਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ। ਜਦੋਂ ਸੰਗਤ ਜੀ ਸਵੇਰੇ ਕੋਈ ਵੀ ਪ੍ਰਾਣੀ ਉੱਠਦਾ, ਉੱਠ ਕੇ ਗੁਰੂ ਘਰ ਜਾਂਦਾ ਹੈ, ਜਦੋਂ ਗੁਰੂ ਘਰ ਜਾ ਕੇ ਨਮਸਕਾਰ ਕਰਦਾ ਤਾਂ ਉਹ ਪ੍ਰਾਣੀ ਪਹਿਲਾਂ ਕੋਈ ਨਾ ਕੋਈ, ਚਾਹੇ ਕਿਸੇ ਵੀ ਵਿਸ਼ੇ ਤੇ ਗੁਰੂ ਸਾਹਿਬ ਦੇ ਅੱਗੇ ਖੜੋ ਕੇ ਨਿਮਰਤਾ ਦੇ ਨਾਲ ਅਰਦਾਸ ਕਰਦਾ ਹੈ। ਵਿਸ਼ਾ ਕੋਈ ਵੀ ਹੋਵੇ, ਚਾਹੇ ਕੋਈ ਕੰਮਕਾਜ ਦਾ ਹੋਵੇ, ਕੋਈ ਦੁੱਖ ਤਕਲੀਫ ਦਾ ਹੋਵੇ, ਤਾਂ ਪ੍ਰਾਣੀ ਦਾ ਸਭ ਤੋਂ ਪਹਿਲਾ ਮਕਸਦ ਅਰਦਾਸ ਹੀ ਹੈ। ਗੁਰੂ ਘਰ ਜਾ ਕੇ ਉਹ ਅਰਦਾਸ ਕਰਦਾ ਹੈ। ਕੋਈ ਹਿੰਦੂ ਧਰਮ ਨੂੰ ਮੰਨਦਾ, ਉਹ ਮੰਦਿਰ ਵਿੱਚ ਜਾ ਕੇ ਕਿਸੇ ਗੁਰੂ ਪੀਰ ਦੇ ਅੱਗੇ ਬੇਨਤੀ ਕਰਦਾ, ਅਰਦਾਸ ਕਰਦਾ ਅਰਦਾਸ ਹੀ ਹੈ। ਕੋਈ ਕ੍ਰਿਸਚਨ ਧਰਮ ਨੂੰ ਮੰਨਦਾ, ਉਹ ਉੱਠ ਕੇ ਉਹੀ ਪ੍ਰਾਰਥਨਾ ਕਰਦਾ। ਮੁਸਲਮਾਨ ਧਰਮ ਨੂੰ ਮੰਨਦਾ, ਉਹ ਉੱਠ ਕੇ ਦੁਆ ਕਰਦਾ। ਵਿਸ਼ਾ ਇੱਕ ਹੀ ਹੈ, ਨਾਮ ਅਨੇਕ ਬਣਾ ਦਿੱਤੇ ਗਏ ਨੇ। ਜਿਸ ਤਰ੍ਹਾਂ ਕਿਸੇ ਦਾ ਵਿਸ਼ਵਾਸ ਹੁੰਦਾ ਹੈ, ਉਸ ਤਰ੍ਹਾਂ ਹੀ ਉਹ ਅਰਦਾਸ ਬੇਨਤੀ ਪ੍ਰਾਰਥਨਾ ਨੂੰ ਕੀਤਾ ਜਾਂਦਾ ਹੈ। ਸੋ ਸੰਗਤ ਜੀ, ਅਰਦਾਸ ਸਾਡੇ ਜ਼ਿੰਦਗੀ ਦੇ ਵਿੱਚ ਹਰੇਕ ਜਗ੍ਹਾ ਤੇ ਕੰਮ ਆਉਂਦੀ ਹੈ। ਅਰਦਾਸ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਚੱਲਦੀ, ਕਿਉਂਕਿ ਜੇ ਆਪਾਂ ਦੁੱਖ ਦੇ ਵਿੱਚ ਵਿਚਰ ਰਹੇ ਹਾਂ, ਕੋਈ ਆਪਾਂ ਨੂੰ ਦੁੱਖ ਦੀ ਘੜੀ ਦਾ ਸਾਹਮਣਾ ਕਰਨਾ ਪੈ ਗਿਆ, ਕੋਈ ਘਰ ਵਿੱਚ ਬਿਮਾਰੀ ਲੱਗ ਗਈ, ਤਾਂ ਆਪਾਂ ਕੀ ਕਰਦੇ ਆ? ਚਾਹੇ ਆਪਾਂ ਨੂੰ ਪਤਾ ਹੈ ਕਿ ਡਾਕਟਰ ਨੇ ਇਲਾਜ ਕਰਨਾ ਹੈ, ਆਪਾਂ ਡਾਕਟਰ ਕੋਲ ਜਾਂਦੇ ਆ, ਡਾਕਟਰ ਨੂੰ ਪੈਸੇ ਦਿੰਦੇ ਆ, ਉਹ ਤੋਂ ਮੈਡੀਸਨ ਲੈਂਦੇ ਆ, ਪਰ ਫਿਰ ਵੀ ਆਪਾਂ ਮਨ ਦੇ ਵਿੱਚ ਜਦ ਤੱਕ ਅਰਦਾਸ ਨਾ ਕਰੀਏ, ਉਦੋਂ ਤੱਕ ਆਪਣਾ ਮਨ ਵਿਸ਼ਵਾਸ 'ਚ ਖੜਦਾ ਨਹੀਂ ਹੈ। ਤਾਂ ਆਪਾਂ ਉਦੋਂ ਵੀ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ, ਮੈਨੂੰ ਜਾਂ ਮੇਰੇ ਘਰ ਵਾਲੀ ਨੂੰ, ਮੇਰੇ ਪੁੱਤਰ ਨੂੰ, ਮੇਰੇ ਮਾਤਾ ਨੂੰ, ਮੇਰੇ ਪਿਤਾ ਨੂੰ, ਮੇਰੇ ਪਰਿਵਾਰ ਦੇ ਇਸ ਮੈਂਬਰ ਨੂੰ ਇਹ ਦੁੱਖ ਲੱਗ ਗਿਆ, ਇਹ ਬਿਮਾਰੀ ਲੱਗ ਗਈ, ਕਿਰਪਾ ਕਰੋ ਕਿ ਇਹ ਠੀਕ ਹੋ ਜਾਵੇ। ਚਾਹੇ ਆਪਾਂ ਅਰਦਾਸ ਖੁਦ ਕਰਦੇ ਆ, ਚਾਹੇ ਆਪਾਂ ਅਰਦਾਸ ਗ੍ਰੰਥੀ ਕੋਲ ਜਾ ਕੇ ਕਰਵਾਉਂਦੇ ਆ। ਤਾਂ ਸੰਗਤ ਜੀ, ਅਰਦਾਸ ਦਾ ਮਹੱਤਵ ਇੱਕ ਵਿਸ਼ਵਾਸ ਹੈ ਕਿ ਆਪਾਂ ਵਿਸ਼ਵਾਸ ਦੇ ਵਿੱਚ ਪ੍ਰਮਾਤਮਾ ਨਾਲ ਜੁੜਨਾ ਹੈ, ਪ੍ਰਮਾਤਮਾ ਕੋਲੋਂ, ਪਰਮੇਸ਼ਵਰ ਕੋਲੋਂ ਕੁਝ ਮੰਗਣਾ ਹੈ। ਉਹਦੇ ਕੋਲ ਮੰਗਣ ਵਾਸਤੇ ਆਪਾਂ ਨੂੰ ਅਰਦਾਸ ਹੀ ਕਰਨੀ ਪਏਗੀ। ਸੋ ਉਹ ਦੁੱਖ ਦੀ ਘੜੀ ਤੋਂ ਨਿਕਲਣ ਵਾਸਤੇ ਆਪਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਪੈਂਦੀ ਹੈ। ਦੂਸਰੀ ਅਰਦਾਸ ਹੈ ਆਪਣੀ ਰੋਜੀ ਰੋਟੀ। ਉਹ ਰੋਜੀ ਰੋਟੀ ਚਲਾਉਣ ਵਾਸਤੇ ਵੀ ਆਪਾਂ ਨੂੰ ਅਰਦਾਸ ਹੀ ਕਰਨੀ ਪੈਂਦੀ ਹੈ, ਕਿਉਂਕਿ ਜਦੋਂ ਆਪਾਂ ਸਵੇਰੇ ਦੁਕਾਨ ਤੇ ਪਹੁੰਚਦੇ ਆ, ਸ਼ਟਰ ਖੋਲਣ ਤੋਂ ਬਾਅਦ, ਸਫਾਈ ਕਰਨ ਤੋਂ ਬਾਅਦ, ਸੰਗਤ ਜੀ ਆਪਾਂ ਕੋਈ ਵੀ ਗੁਰੂ ਸਾਹਿਬ ਦੀ ਜਾਂ ਪੀਰ ਪੈਗੰਬਰ ਔਲੀਏ ਦੀ ਕੋਈ ਫੋਟੋ ਰੱਖੀ ਹੁੰਦੀ ਹੈ, ਉਹਦੇ ਅੱਗੇ ਧੂਫ, ਅਗਰਬੱਤੀ, ਜੋਤ ਕੁਝ ਵੀ ਲਾ ਕੇ, ਇੱਕ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਮੰਨ ਕੇ, ਹੈ ਇੱਕ ਆਪਣੀ ਕਲਪਨਾ ਹੀ, ਉਹਨੂੰ ਵਿਸ਼ਵਾਸ ਦੇ ਵਿੱਚ ਮੰਨ ਕੇ ਅਕਾਲ ਪੁਰਖ ਦਾ ਧਿਆਨ ਧਰ ਕੇ ਅਰਦਾਸ ਕਰਦੇ ਆ, ਸੱਚੇ ਪਾਤਸ਼ਾਹ, ਮੈਂ ਕਾਰੋਬਾਰ ਨੂੰ ਅੱਜ ਖੋਲਣਾ ਕੀਤਾ ਹੈ, ਕਿਰਪਾ ਕਰਿਓ ਕਿ ਸ਼ਾਮ ਤੱਕ ਮੇਰੀ ਰੋਜੀ ਰੋਟੀ ਬਣ ਜੇ। ਤੇ ਉੱਥੇ ਕੀ ਹੋ ਗਿਆ? ਅਰਦਾਸ। ਉਸ ਤੋਂ ਬਿਨਾ ਆਪਣੀ ਜ਼ਿੰਦਗੀ ਅਧੂਰੀ ਹੈ। ਫਿਰ ਅਰਦਾਸ, ਕੋਈ ਵੀ ਕਾਰਜ ਆਪਾਂ ਘਰ ਤੋਂ ਚੱਲਣ ਲੱਗੇ ਆ, ਕੋਈ ਵੀ ਕਾਰਜ ਦੀ ਸ਼ੁਰੂਆਤ ਕਰਨ ਲੱਗੇ ਆ, ਤਾਂ ਅਰਦਾਸ ਕਰਕੇ ਹੀ ਆਪਾਂ ਉਸ ਨੂੰ ਕਾਰਜ ਨੂੰ ਆਰੰਭਤਾ ਕੀਤੀ ਜਾਂਦੀ ਹੈ। ਸਕੂਲ ਦੇ ਵਿੱਚ ਬੱਚਿਆਂ ਤੋਂ ਪਹਿਲਾਂ ਪ੍ਰਾਰਥਨਾ ਕਰਵਾਈ ਜਾਂਦੀ ਹੈ। ਉਹ ਪ੍ਰਾਰਥਨਾ ਕਰਵਾ ਕੇ ਹੀ ਉਹਨਾਂ ਨੂੰ ਵਿਦਿਆ ਦੀ ਜਿਹੜੀ ਦਾਤ ਟੀਚਰਾਂ ਵੱਲੋਂ ਦਿੱਤੀ ਜਾਂਦੀ ਹੈ। ਪਰ ਸਭ ਤੋਂ ਪਹਿਲਾਂ ਕੀਤਾ ਕੀ ਜਾਂਦਾ ਹੈ? ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਅਤੇ ਅਰਦਾਸ।
ਤੇ ਇਹ ਸਾਡੀ ਰੋਜੀ ਰੋਟੀ ਵਾਸਤੇ ਵੀ ਸਹਾਇਕ ਹੈ। ਇਹ ਤੋਂ ਬਿਨਾ ਆਪਣੀ ਰੋਜੀ ਰੋਟੀ ਵੀ ਨਹੀਂ। ਤੇ ਸੰਗਤ ਜੀ, ਅਰਦਾਸ ਆਪਣਾ ਇੱਕ ਵਿਸ਼ਵਾਸ ਦਾ ਵਿਸ਼ਾ ਹੈ। ਆਪਾਂ ਵਿਸ਼ਵਾਸ ਦੇ ਵਿੱਚ ਵਧਣ ਵਾਸਤੇ ਹੀ ਅਰਦਾਸ ਕਰਦੇ ਹਾਂ, ਕਿਉਂਕਿ ਜਦ ਤੱਕ ਆਪਾਂ ਅਰਦਾਸ ਨਹੀਂ ਕਰਦੇ ਉਦੋਂ ਤੱਕ ਆਪਣਾ ਵਿਸ਼ਵਾਸ ਨਹੀਂ ਬਣਦਾ। ਤੇ ਗੁਰੂ ਘਰ ਦੇ ਵਿੱਚ ਜਦੋਂ ਆਪਾਂ ਜਾ ਕੇ ਅਰਦਾਸ ਕਰਦੇ ਹਾਂ ਤਾਂ ਆਪਣਾ ਵਿਸ਼ਵਾਸ ਬਣ ਜਾਂਦਾ ਹੈ ਕਿ ਅੱਜ ਮੈਂ ਗੁਰੂ ਘਰ ਜਾ ਕੇ ਅਰਦਾਸ ਕਰਕੇ ਆਇਆ, ਇਹ ਕਾਰਜ ਮੇਰਾ ਸਤਿਗੁਰੂ ਜੀ ਆਪਣੇ ਆਪ ਸੰਪੂਰਨ ਕਰਨਗੇ। ਉਹ ਤਾਂ ਹੋ ਗਈ ਆਪਣੇ ਵਾਸਤੇ ਅਰਦਾਸ। ਹੁਣ ਗੁਰੂ ਘਰ ਦੇ ਵਿੱਚ ਸੰਗਤ ਜੀ, ਗ੍ਰੰਥੀ ਸਿੰਘ ਜਦੋਂ ਸਵੇਰੇ ਉੱਠ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਦਾ ਹੈ ਤਾਂ ਉਦੋਂ ਵੀ ਚਾਹੇ ਛੋਟੀ ਅਰਦਾਸ ਚਾਹੇ ਵੱਡੀ ਅਰਦਾਸ, ਸਮੇਂ ਦੇ ਮੁਤਾਬਕ ਉਹ ਗ੍ਰੰਥੀ ਸਿੰਘ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਦਾ ਹੈ ਤਾਂ ਫਿਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਦਾ ਹੈ। ਤਾਂ ਉਹ ਕੀ ਕਰਦਾ? ਸਭ ਤੋਂ ਪਹਿਲਾਂ ਅਰਦਾਸ। ਇਸ ਤਰ੍ਹਾਂ ਹੀ ਜਦੋਂ ਨਿਤਨੇਮ ਸੰਪੂਰਨ ਹੋਣ ਤੋਂ ਬਾਅਦ ਫਿਰ 5 ਬਾਣੀਆਂ ਦਾ ਨਿਤਨੇਮ ਹੁੰਦਾ ਹੈ ਜਾਂ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਹੈ, ਆਸਾ ਜੀ ਦੇ ਵਾਰ ਦੇ ਕੀਰਤਨ ਹੁੰਦੇ ਨੇ। ਜਿੱਥੇ ਜਿੱਥੇ ਕੋਈ ਗੁਰੂ ਘਰਾਂ ਦੀ ਮਰਿਆਦਾ ਬਣੀ ਹੈ ਉਸ ਤਰ੍ਹਾਂ ਦੀ ਗੁਰੂ ਘਰ ਦੇ ਵਿੱਚ ਮਾਨਤਾ ਕੀਤੀ ਜਾਂਦੀ ਹੈ। ਤਾਂ ਸੰਪੂਰਨ ਦੇ ਵਿੱਚ ਆਨੰਦ ਸਾਹਿਬ ਜੀ ਦਾ ਜਾਪ ਕਰਨ ਤੋਂ ਬਾਅਦ, ਸ਼ਲੋਕ ਪੜਨ ਤੋਂ ਬਾਅਦ ਫਿਰ ਗ੍ਰੰਥੀ ਸਿੰਘ ਕੀ ਕਰਦਾ ਹੈ? ਅਰਦਾਸ ਕਰਦਾ ਹੈ। ਉਹ ਅਰਦਾਸ ਕਿ ਸਤਿਗੁਰੂ ਮਹਾਰਾਜ ਜੀ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬਾਣੀ ਪੜ੍ਹੀ ਗਈ, ਕੀਰਤਨ ਹੋਇਆ, ਕਥਾ ਕੀਤੀ ਗਈ, ਵਿਚਾਰ ਕਰਦਿਆਂ ਜਾਂ ਸੁਣਦਿਆਂ ਭੁੱਲ ਚੁੱਕ ਮਾਫ ਕਰਨੀ। ਤੇ ਇਹ ਕੀ ਹੋਇਆ? ਅਰਦਾਸ। ਤਾਂ ਅਰਦਾਸ ਸਮਾਪਤੀ ਦੇ ਟਾਈਮ ਤੇ ਜਦੋਂ ਗੁਰੂ ਘਰ ਦੇ ਵਿੱਚ ਸਮਾਪਤੀ ਕੀਤੀ ਜਾਂਦੀ ਹੈ, ਫਿਰ ਵੀ ਲਾਸਟ ਟਾਈਮ ਤੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚਖੰਡ ਦੇ ਵਿੱਚ ਤਖਤ ਤੇ ਬਿਰਾਜਮਾਨ ਹੁੰਦੇ ਨੇ, ਫਿਰ ਵੀ ਗ੍ਰੰਥੀ ਸਿੰਘ ਅਰਦਾਸ ਕਰਦਾ ਹੈ ਕਿ ਸਤਿਗੁਰੂ ਮਹਾਰਾਜ ਜੀ, ਆਪ ਜੀ ਆਰਾਮ ਕਰੋ ਤੇ ਸੰਗਤਾਂ ਨੂੰ ਛੁੱਟੀਆਂ ਬਖਸ਼ਿਸ਼ ਕਰੋ। ਉੱਥੇ ਕੀ ਹੋ ਗਿਆ? ਅਰਦਾਸ। ਅਰਦਾਸ ਤੋਂ ਬਿਨਾਂ ਸਾਡੀ ਜ਼ਿੰਦਗੀ ਨਹੀਂ ਚੱਲ ਸਕਦੀ। ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਅਰਦਾਸ ਦੀ ਬਖਸ਼ਿਸ਼ ਕੀਤੀ ਹੈ ਕਿ ਤੁਹਾਡੀ ਜ਼ਿੰਦਗੀ ਹੀ ਅਰਦਾਸ ਹੈ। ਅਰਦਾਸ ਹੀ ਤੁਹਾਡੀ ਜ਼ਿੰਦਗੀ ਹੈ। ਅਰਦਾਸ ਤੋਂ ਬਿਨਾਂ ਤੁਹਾਡਾ ਕਾਰਜ ਕੋਈ ਵੀ ਸੰਪੂਰਨ ਨਹੀਂ ਹੋ ਸਕਦਾ। ਅਰਦਾਸ ਦਾ ਮਤਲਬ ਹੈ ਆਪਾਂ ਕਿਸੇ ਕੋਲੋਂ ਕੁਝ ਮੰਗਣਾ, ਕੋਈ ਆਗਿਆ ਲੈਣੀ। ਹੁਣ ਕਿਸੇ ਕੋਲੋਂ ਕੋਈ ਕੰਮ ਕਰਵਾਉਣਾ ਹੈ, ਆਪਾਂ ਉਹਨਾਂ ਅੱਗੇ ਜਾ ਕੇ ਬੇਨਤੀ ਕਰਦੇ ਹਾਂ ਕਿ ਮੇਰੀ ਬੇਨਤੀ ਹੈ। ਕਿਸੇ ਅਫਸਰ ਦੀ ਗੱਲ ਲੈ ਲਈਏ, ਕਿਸੇ ਅਫਸਰ ਕੋਲ ਜਾਂਦੇ ਆ ਤਾਂ ਆਪਾਂ ਜਾ ਕੇ ਉਹਦੇ ਅੱਗੇ ਬੇਨਤੀ ਕਰਦੇ ਹਾਂ, ਉਹਨੂੰ ਹੁਕਮ ਨਹੀਂ ਕਰਦੇ, ਕਿਉਂਕਿ ਪਤਾ ਕਿ ਹੁਕਮ ਕਰਨ ਦੇ ਨਾਲ ਤਾਂ ਆਪਣਾ ਕੰਮ ਹੀ ਨਹੀਂ ਹੋਣਾ। ਆਪਾਂ ਤਾਂ ਬੇਨਤੀ ਕਰਦੇ ਹਾਂ। ਤੇ ਬੇਨਤੀ ਕੀ ਹੈ? ਅਰਦਾਸ। ਕਿਉਂਕਿ ਬੇਨਤੀ ਅਰਦਾਸ ਇੱਕੋ ਚੀਜ਼ ਹੈ, ਨਾਮ ਅਲੱਗ-ਅਲੱਗ ਨੇ। ਤਾਂ ਆਪਾਂ ਜਦੋਂ ਕਿਸੇ ਅਫਸਰ ਕੋਲ ਜਾਂਦੇ ਆ ਕੰਮ ਕਰਵਾਉਣ ਵਾਸਤੇ, ਫਿਰ ਵੀ ਉਹਨੂੰ ਜਾ ਕੇ ਬੇਨਤੀ ਕਰਦੇ ਆ ਕਿ ਬੇਨਤੀ ਹੈ ਕਿ ਸਾਡਾ ਇਹ ਕਾਰਜ ਹੈ, ਇਹ ਕੰਮ ਹੈ, ਇਹ ਕਰ ਦਿਓ। ਤੇ ਜਦੋਂ ਬੇਨਤੀ ਕਰਦੇ ਆ ਨਾ ਸੰਗਤ ਜੀ, ਫਿਰ ਉਹ ਅਫਸਰ ਆਪਣਾ ਕੰਮ ਕਰ ਦਿੰਦਾ ਹੈ। ਤੇ ਜੇ ਕਿਸੇ ਅਫਸਰ ਨੂੰ ਜਾ ਕੇ ਸਿੱਧਾ ਕਹਿ ਦੇ ਕਿ ਮੇਰਾ ਹੁਕਮ ਹੈ, ਤੂੰ ਇਹ ਮੇਰਾ ਕੰਮ ਕਰ, ਕੋਈ ਕਰੇਗਾ? ਨਹੀਂ ਕਰੇਗਾ। ਕਿਉਂ? ਕਿਉਂਕਿ ਉਹ ਇੱਕ ਦੇਖਦਾ ਕਿ ਤੁਹਾਡੇ ਵਿੱਚ ਕਿੰਨੀ ਕੁ ਨਿਮਰਤਾ ਹੈ, ਤੁਹਾਡੇ ਵਿੱਚ ਕਹਿਣ ਦੀ ਸ਼ਕਤੀ ਕਿੰਨੀ ਕੁ ਹੈ। ਜਦੋਂ ਆਪਾਂ ਨਿਮਰਤਾ ਦੇ ਵਿੱਚ ਹੋ ਕੇ ਅਫਸਰ ਤੋਂ ਕੰਮ ਕਰਵਾ ਸਕਦੇ ਆ ਤਾਂ ਨਿਮਰਤਾ ਦੇ ਵਿੱਚ ਹੋ ਕੇ ਅਰਦਾਸ ਕਰਕੇ ਅਕਾਲ ਪੁਰਖ ਪ੍ਰਮਾਤਮਾ ਕੋਲੋਂ ਕੀ ਨਹੀਂ ਲੈ ਸਕਦੇ। ਤਾਂ ਸੰਗਤ ਜੀ, ਜਦੋਂ ਸਾਰੇ ਦੁਨੀਆ ਦੇ ਸਹਾਰੇ ਖਤਮ ਹੋ ਜਾਂਦੇ ਨੇ ਨਾ, ਫਿਰ ਗੁਰੂ ਸਾਹਿਬਾਨ ਕਹਿੰਦੇ ਨੇ ਕਿ ਇੱਕੋ ਹੀ ਸਹਾਰਾ ਅਕਾਲ ਪੁਰਖ ਪ੍ਰਮਾਤਮਾ ਦਾ ਰਹਿੰਦਾ। ਫਿਰ ਉਹ ਮਿਲਦਾ ਕਿਵੇਂ ਹੈ? ਅਰਦਾਸ ਕਰਕੇ। ਤੋ ਅਰਦਾਸ ਕਰਨ ਤੋਂ ਬਿਨਾਂ ਆਪਣੀ ਜ਼ਿੰਦਗੀ ਸੰਪੂਰਨ ਨਹੀਂ ਮੰਨੀ ਜਾਂਦੀ। ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੇ ਸੋਹਣੇ ਅੱਖਰਾਂ ਦੇ ਵਿੱਚ ਲਿਖਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋ ਤੋ ਪਾਏ। ਹੁਣ ਜਦੋਂ ਬੰਦਾ ਹਾਰ ਗਿਆ, ਉਹਦਾ ਬਲ ਖਤਮ ਹੋ ਗਿਆ, ਖਾਲੀ ਹੋ ਗਿਆ, ਬੰਧਨ ਪਰੇ, ਬੰਧਨਾਂ ਵਿੱਚ ਘਿਰ ਗਿਆ, ਕਛੂ ਨਾ ਹੋ ਤੋ ਪਾਏ। ਬਹੁਤ ਪਾਸੇ ਨਿਗਾਹ ਮਾਰਦਾ, ਬੜਾ ਸੋਚਦਾ, ਪਰ ਉਹ ਕਿਤੇ ਵੀ ਉਹਨੂੰ ਸਹਾਰਾ ਨਹੀਂ ਮਿਲਦਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਲ ਛੁੱਟ ਕੇ ਬੰਧਨ ਪਰੇ, ਕਛੂ ਨਾ ਹੋਤ ਉਪਾਏ। ਫਿਰ ਜਦੋਂ ਕੋਈ ਉਪਾਏ ਨਹੀਂ ਨਾ ਹੁੰਦਾ, ਕੋਈ ਦਿਮਾਗ ਵਿੱਚ ਕੋਈ ਗੱਲ ਨਹੀਂ ਆਉਂਦੀ, ਸਾਰੇ ਪਾਸੇ ਨਿਗਾਹ ਮਾਰਦਾ ਕਿ ਕੋਈ ਸਹਾਰਾ ਨਹੀਂ, ਬੰਦਾ ਟੁੱਟ ਜਾਂਦਾ। ਫਿਰ ਉਹ ਬੰਦਾ ਕੀ ਕਰਦਾ? ਕਹੋ ਨਾਨਕ ਅਬ ਓਟ ਹਰ। ਫਿਰ ਲਾਸਟ ਵਿੱਚ ਕੀ ਰਹਿ ਗਿਆ? ਓਟ ਲੈਣੀ। ਓਟ ਕਿਹਦੀ? ਅਕਾਲ ਪੁਰਖ ਪ੍ਰਮਾਤਮਾ ਦੀ। ਉਹ ਕਿਵੇਂ ਲੈ ਸਕਦੇ ਆ? ਅਰਦਾਸ ਕਰਕੇ। ਅਰਦਾਸ ਤੋਂ ਬਿਨਾਂ ਆਪਾਂ ਉਹ ਓਟ ਨਹੀਂ ਲੈ ਸਕਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਹੋ ਨਾਨਕ ਅਬ ਓਟ ਹਰ, ਗੱਜ ਜਿਉ ਹੋ ਸਹਾਈ। ਫਿਰ ਉਹ ਅਕਾਲ ਪੁਰਖ ਪ੍ਰਮਾਤਮਾ ਨੂੰ ਕਹਿੰਦੇ, ਸੱਚੇ ਪਾਤਸ਼ਾਹ, ਜਿਵੇਂ ਦੁਨੀਆ ਦੇ ਨਾਲ ਸਹਾਇਤਾ ਹੁੰਦਾ ਨਾ, ਕਿਰਪਾ ਕਰਕੇ ਮੇਰੇ ਨਾਲ ਵੀ ਸਹਾਈ ਹੋਣਾ ਕਰੋ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਜਦੋਂ ਬੇਨਤੀ ਅਰਦਾਸ ਆਪਾਂ ਕਰ ਦਿੰਦੇ ਆ ਨਾ, ਫਿਰ ਸਤਿਗੁਰੂ ਮਹਾਰਾਜ ਕੀ ਕਹਿੰਦੇ ਨੇ? ਬਲ ਹੋਆ ਬੰਧਨ ਛੁੱਟੇ। ਫਿਰ ਉਹ ਜਿਹੜੇ ਬੰਧਨ ਨੇ ਉਹ ਟੁੱਟ ਜਾਂਦੇ ਨੇ, ਬਲ ਆ ਜਾਂਦਾ, ਕਿਉਂਕਿ ਅਰਦਾਸ ਹੋ ਗਈ, ਸਹਾਰਾ ਮਿਲ ਗਿਆ। ਬਲ ਹੋਆ ਬੰਧਨ ਛੁੱਟੇ, ਸਭ ਕੁਝ ਹੋ ਤੋ ਪਾਏ। ਅਰਦਾਸ ਕਰਨ ਦੇ ਨਾਲ ਸਾਰਾ ਕੁਝ ਹੋ ਸਕਦਾ ਹੈ। ਅਰਦਾਸ ਦੇ ਨਾਲ ਉਹ ਕੁਝ ਹੋ ਸਕਦਾ ਹੈ ਜਿਹੜਾ ਆਪਾਂ ਜ਼ਿੰਦਗੀ 'ਚ ਕਦੇ ਸੋਚਿਆ ਵੀ ਨਹੀਂ। ਅਰਦਾਸ ਆਪਣੇ ਵਾਸਤੇ ਸਭ ਕੁਝ ਕਰ ਸਕਦੀ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਬਲ ਹੋਆ ਬੰਧਨ ਛੁੱਟੇ, ਸਭ ਕੁਝ ਹੋਤ ਉਪਾਏ, ਨਾਨਕ ਸਭ ਕੁਝ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ।
ਕਿ ਉਹ ਅਕਾਲ ਪੁਰਖ ਪ੍ਰਮਾਤਮਾ ਸਾਰਾ ਕੁਝ ਤੁਹਾਡੇ ਹੀ ਹੱਥ ਦੇ ਵਿੱਚ ਹੈ। ਤੁਸੀਂ ਹੀ ਦੁਨੀਆ ਨੂੰ ਬਣਾਉਣ ਵਾਲੇ ਹੋ, ਤੁਸੀਂ ਹੀ ਚਲਾਉਣ ਵਾਲੇ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਪਰ ਉਹਨੂੰ ਪ੍ਰਾਪਤ ਸਾਧ ਸੰਗਤ ਜੀ ਕਿਵੇਂ ਕੀਤਾ ਜਾ ਸਕਦਾ ਹੈ? ਅਰਦਾਸ ਦੇ ਨਾਲ। ਜਦ ਤੱਕ ਆਪਾਂ ਅਰਦਾਸ ਨਹੀਂ ਕਰਦੇ ਉਦੋਂ ਤੱਕ ਆਪਾਂ ਨੂੰ ਕੋਈ ਵੀ ਕਾਰਜ ਸੰਪੂਰਨ ਨਹੀਂ ਮੰਨਿਆ ਜਾਂਦਾ। ਤਾਂ ਸੰਗਤ ਜੀ, ਅਰਦਾਸ ਦਾ ਮਤਲਬ ਹੈ ਇੱਕ ਵਿਸ਼ਵਾਸ। ਅਲੱਗ-ਅਲੱਗ ਧਰਮਾਂ ਦੇ ਵਿੱਚ ਅਲੱਗ-ਅਲੱਗ ਮਹੱਤਤਾ ਦੇ ਵਿੱਚ ਅਲੱਗ-ਅਲੱਗ ਮਰਿਆਦਾ ਦੇ ਨਾਲ ਅਰਦਾਸ ਕੀਤੀ ਜਾਂਦੀ ਹੈ। ਕੋਈ ਅਰਦਾਸ ਕਰਦਾ ਹੈ, ਕੋਈ ਬੇਨਤੀ ਕਰਦਾ ਹੈ, ਕੋਈ ਜੋਦੜੀ ਕਰਦਾ ਹੈ, ਕੋਈ ਦੁਆ ਕਰਦਾ ਹੈ ਤੇ ਕੋਈ ਪ੍ਰਾਰਥਨਾ ਕਰਦਾ ਹੈ। ਹਰੇਕ ਧਰਮ ਆਪਣੇ ਆਪਣੇ ਨਿਮਰਤਾ ਦੇ ਨਾਲ, ਆਪਣੇ ਆਪਣੇ ਮਰਿਆਦਾ ਦੇ ਨਾਲ ਅਰਦਾਸ ਬੇਨਤੀ ਜੋਦੜੇ ਕਰਦੇ ਨੇ। ਪਰ ਹੈ ਇੱਕੋ ਹੀ ਮਹੱਤਵ ਕਿ ਅਕਾਲ ਪੁਰਖ ਪਰਮਾਤਮਾ ਦੇ ਕੋਲੋਂ ਕੁਝ ਮੰਗਣਾ ਜਾਂ ਉਹਨੂੰ ਕੁਝ ਕਹਿਣਾ। ਸੋ ਇਹ ਹੈ ਅਰਦਾਸ ਦਾ ਮਹੱਤਵ ਕਿ ਅਰਦਾਸ ਇੱਕ ਵਿਸ਼ਵਾਸ ਹੀ ਹੈ। ਜਦੋਂ ਵੀ ਆਪਾਂ ਕਿਤੇ ਅਰਦਾਸ ਕਰੀਏ ਵਿਸ਼ਵਾਸ ਦੇ ਨਾਲ, ਨਿਮਰਤਾ ਦੇ ਨਾਲ ਅਰਦਾਸ ਕਰੀਏ ਤਾਂ ਕਿ ਆਪਣੇ ਕਾਰਜ ਸਤਿਗੁਰ ਮਹਾਰਾਜ ਸੰਪੂਰਨ ਕਰਦੇ ਰਹਿਣ। ਸੋ ਆਓ ਅੱਗੇ ਅਰਦਾਸ ਦੇ ਵਿੱਚ ਜੋ ਵੀ ਸਤਿਗੁਰਾਂ ਨੇ ਨਾਮ ਲਿਆ ਉਹਦੇ ਬਾਰੇ ਸਾਰਾ ਕੁਝ ਆਪਾਂ ਜਾਣਦੇ ਹਾਂ, ਕਿਉਂਕਿ ਇਹ ਕੋਈ ਨਵਾਂ ਨਹੀਂ। ਬਹੁਤ ਸਦੀਆਂ ਤੋਂ ਅਰਦਾਸ ਗੁਰੂ ਘਰਾਂ ਵਿੱਚ ਹੁੰਦੀ ਆਂਦੀ ਹੈ। ਸਤਿਗੁਰ ਮਹਾਰਾਜ ਨੇ 5 ਪਿਆਰੇ ਦੇ ਨਾਮ ਕਿਉਂ ਲਏ, 4 ਸਾਹਿਬਜ਼ਾਦਿਆਂ ਦੇ ਕਿਉਂ ਲਏ, ਜਾਂ 40 ਮੁਕਤਿਆਂ ਦੇ ਕਿਉਂ ਲਏ, ਸਾਰਾ ਕੁਝ ਆਪਾਂ ਇੱਕ ਇੱਕ ਬੱਚਾ, ਇੱਕ ਇੱਕ ਸਿੱਖ ਇਸ ਬਾਰੇ ਜਾਣੂ ਹਾਂ। ਸੋ ਆਓ ਇਹ ਅਰਦਾਸ ਦੀ ਤਾਕਤ ਕਿੰਨੀ ਕੁ ਹੈ ਇਸ ਬਾਰੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਆਪਾਂ ਸਰਵਣ ਕਰਾਂਗੇ। ਸੋ ਆਓ ਇੰਨੇ ਕੁ ਵਿਚਾਰ ਕਰਦਿਆਂ ਹੋਇਆਂ ਕੋਈ ਭੁੱਲਾਂ ਹੋ ਗਈਆਂ ਹੋਣ ਸਤਿਗੁਰ ਮਹਾਰਾਜ ਅਤੇ ਆਪ ਜੀ ਕੀ ਸੰਗਤ ਬਖਸ਼ਣ ਜੋਗ ਹੈ, ਬਖਸ਼ ਲੈਣਾ। ਗੱਜ ਵੱਜ ਕੇ ਬੁਲਾਓ ਜੀ, ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ, ਵਿਜ਼ੀਲੈਕਸ, weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94 784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।